हाँ जी स्टूडेंट्स, लास्ट टाइम ਤੁਹਾਡੇ ਨਾਲ ਸੈਕੰਡ ਕੋਲੀਗੇਟਿਵ ਪ੍ਰੋਪਰਟੀ ਡਿਸਕਸ ਕੀਤੀ ਸੀ ਤੇ ਅੱਜ ਨੈਕਸਟ ਥਰਡ ਕੋਲੀਗੇਟਿਵ ਪ੍ਰੋਪਰਟੀ ਆਪਾਂ ਡਿਸਕਸ ਕਰਾਂਗੇ ਦੈਟ ਇਜ਼ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ। ਡਿਪਰੈਸ਼ਨ ਦਾ ਮਤਲਬ ਵੀ ਕਮੀ ਹੁੰਦਾ, ਲੋਰਿੰਗ ਹੋ ਜਾਣੀ। ਫਰੀਜ਼ਿੰਗ ਪੁਆਇੰਟ ਦੇ ਵਿੱਚ ਲੋਰਿੰਗ ਹੋ ਜਾਣੀ, ਜਿਵੇਂ ਕਿ ਜਦੋਂ ਵੋਲਾਟਾਈਲ ਸੋਲਵੈਂਟ ਦੇ ਵਿੱਚ ਨੋਨ ਵੋਲਾਟਾਈਲ ਸੋਲਿਊਟ ਐਡ ਕਰ ਦਿੱਤਾ ਜਾਂਦਾ ਹੈ। ਜਿਵੇਂ ਪਾਣੀ ਜੋ ਹੈ, ਪਾਣੀ ਦੇ ਵਿੱਚ ਜੇਕਰ ਆਪਾਂ ਨਮਕ ਐਡ ਕਰ ਦਈਏ ਤਾਂ ਪਾਣੀ ਦਾ ਨਾਰਮਲ ਜੋ ਫਰੀਜ਼ਿੰਗ ਪੁਆਇੰਟ ਹੈ ਉਹ 0 ਡਿਗਰੀ ਸੈਲਸੀਅਸ ਹੁੰਦਾ ਹੈ। ਬਟ ਜੇਕਰ ਪਾਣੀ ਦੇ ਵਿੱਚ ਨਮਕ ਪਾ ਦਿੱਤਾ ਜਾਵੇ ਤਾਂ ਫਿਰ ਪਾਣੀ 0 ਡਿਗਰੀ ਸੈਲਸੀਅਸ 'ਤੇ ਫਰੀਜ਼ ਨਹੀਂ ਹੁੰਦਾ। ਉਹ ਫਿਰ ਜਦੋਂ ਮਾਈਨਸ 'ਚ ਟੈਂਪਰੇਚਰ ਚਲੇ ਜਾਂਦਾ ਹੈ, -10 ਡਿਗਰੀ, -15 ਜਾਂ -20 ਡਿਗਰੀ, ਫਿਰ ਜਾ ਕੇ ਜੋ ਪਾਣੀ ਹੈ ਉਹ ਬਰਫ਼ ਦੇ ਵਿੱਚ ਕਨਵਰਟ ਹੋਣਾ ਸ਼ੁਰੂ ਹੁੰਦਾ ਹੈ। ਸੋ ਇਹਨੂੰ ਡਿਪਰੈਸ਼ਨ ਕਿਹਾ ਜਾਂਦਾ ਹੈ। ਸੋ ਪਹਿਲਾਂ ਤਾਂ ਡੈਫੀਨੇਸ਼ਨ ਆਪਾਂ ਇਹਦੀ ਡਿਸਕਸ ਕਰਾਂਗੇ। The temperature at which the solid and the liquid state of the substance have the same vapor pressure। ਇੱਥੇ vapor pressure ਦੇ ਅਕੋਰਡਿੰਗ ਜੋ ਡੈਫੀਨੇਸ਼ਨ ਹੈ ਡਿਸਕਸ ਕੀਤੀ ਗਈ ਹੈ ਕਿ ਜਦੋਂ ਕਿਸੇ ਸੋਲਿਡ ਦਾ ਤੇ ਲਿਕੁਇਡ ਦਾ ਵੇਪਰ ਪ੍ਰੈਸ਼ਰ ਸੇਮ ਹੋ ਜਾਵੇ ਜਿਸ ਟੈਂਪਰੇਚਰ ਦੇ ਉੱਤੇ ਉਸ ਦਾ ਫਰੀਜ਼ਿੰਗ ਪੁਆਇੰਟ ਕਿਹਾ ਜਾਂਦਾ ਹੈ। ਜਿਵੇਂ ਕਿ ਜੋ ਪਾਣੀ ਹੈ ਉਸ ਦਾ ਫਰੀਜ਼ਿੰਗ ਪੁਆਇੰਟ 0 ਡਿਗਰੀ ਸੈਲਸੀਅਸ ਹੈ। ਇਟ ਮੀਨਸ 0 ਡਿਗਰੀ ਸੈਲਸੀਅਸ 'ਤੇ ਜਾ ਕੇ ਪਾਣੀ ਦਾ ਜਦੋਂ ਉਹ ਸੋਲਿਡ ਸਟੇਟ ਦੇ ਵਿੱਚ ਫਰੀਜ਼ ਹੋ ਕੇ ਜਦੋਂ ਬਰਫ਼ ਬਣਦਾ ਹੈ ਤਾਂ ਉਸ ਸਮੇਂ ਜਿੰਨਾ ਉਹਦਾ ਵੇਪਰ ਪ੍ਰੈਸ਼ਰ ਹੁੰਦਾ ਹੈ, ਅਤੇ ਉਸੇ ਸਮੇਂ ਹੀ 0 ਡਿਗਰੀ ਸੈਲਸੀਅਸ 'ਤੇ ਹੀ ਜਦੋਂ ਉਹ ਲਿਕੁਇਡ ਫਾਰਮ 'ਚ ਇੱਕਦਮ ਕਨਵਰਟ ਹੋਣਾ ਸ਼ੁਰੂ ਹੁੰਦਾ ਤਾਂ ਉਸ ਸਮੇਂ ਜਿੰਨਾ ਉਹਦਾ ਵੇਪਰ ਪ੍ਰੈਸ਼ਰ ਹੁੰਦਾ ਉਹ ਸੇਮ ਹੋ ਜਾਂਦੇ ਆ। ਇਟ ਮੀਨਸ 0 ਡਿਗਰੀ ਸੈਲਸੀਅਸ 'ਤੇ ਪਾਣੀ ਦਾ ਜੋ ਵੇਪਰ ਪ੍ਰੈਸ਼ਰ ਹੈ ਉਹ ਅਤੇ ਜੋ ਆਈਸ ਹੈ ਉਸ ਦਾ ਵੇਪਰ ਪ੍ਰੈਸ਼ਰ ਦੋਨੋਂ ਸੇਮ ਹੁੰਦੇ ਆ। ਸੋ ਉਸ ਨੂੰ ਫਰੀਜ਼ਿੰਗ ਪੁਆਇੰਟ ਟੈਂਪਰੇਚਰ ਦਾ ਨਾਮ ਦਿੱਤਾ ਜਾਂਦਾ ਹੈ। ਦੂਜੀ ਡੈਫੀਨੇਸ਼ਨ ਵੀ ਹੈ ਇੱਥੇ ਲਿਖੀ ਹੋਈ, the temperature at which a liquid substance changes into its solid form। ਜੋ ਆਪਾਂ ਨਾਰਮਲ 'ਚ ਸ਼ੁਰੂ ਤੋਂ ਡਿਸਕਸ ਕਰਦੇ ਆ ਰਹੇ ਹਾਂ ਕਿ ਉਹ ਟੈਂਪਰੇਚਰ, ਜਿਸ ਟੈਂਪਰੇਚਰ 'ਤੇ ਕੋਈ ਜੋ ਲਿਕੁਇਡ ਹੈ ਉਹ ਸੋਲਿਡ ਫਾਰਮ 'ਚ ਕਨਵਰਟ ਹੋਣੀ ਸ਼ੁਰੂ ਹੋ ਜਾਵੇ, ਉਸ ਨੂੰ ਉਸਦਾ ਫਰੀਜ਼ਿੰਗ ਪੁਆਇੰਟ ਕਿਹਾ ਜਾਂਦਾ ਹੈ। ਸੋ ਇਹ ਡੈਫੀਨੇਸ਼ਨਸ ਨੇ ਇਹਦੀਆਂ। ਅਤੇ ਇਸ ਤੋਂ ਬਾਅਦ 'ਚ ਹੁਣ ਇਹ ਕੋਲੀਗੇਟਿਵ ਪ੍ਰੋਪਰਟੀ ਆਪਾਂ ਡਿਸਕਸ ਕਰਾਂਗੇ। It has been observed that when a non-volatile solute is added to a solvent, then the freezing point of the solution is always lower than that of pure solvent, and this can be understood graphically। ਇੱਕ ਗ੍ਰਾਫ ਬਣਾ ਕੇ ਡਿਸਕਸ ਕੀਤਾ ਹੋਇਆ। ਜੋ ਇਹ ਲਾਈਨਸ ਨੇ ਇਸ ਦਾ ਮੀਨਿੰਗ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਕਿ ਜਦੋਂ ਕਿਸੇ ਵੋਲਾਟਾਈਲ ਸੋਲਵੈਂਟ ਦੇ ਵਿੱਚ, ਜਿਵੇਂ ਪਾਣੀ ਵੋਲਾਟਾਈਲ ਸੋਲਵੈਂਟ ਹੈ, ਉਸ ਦੇ ਵਿੱਚ ਨੋਨ ਵੋਲਾਟਾਈਲ ਸੋਲਿਊਟ ਨਮਕ ਐਡ ਕਰ ਦਿੱਤਾ ਜਾਵੇ ਤਾਂ ਉਸ ਦੇ ਫਰੀਜ਼ਿੰਗ ਪੁਆਇੰਟ ਦੇ ਵਿੱਚ ਕਮੀ ਆ ਜਾਂਦੀ ਹੈ। ਅਤੇ ਇਹ ਚੀਜ਼ ਆਪਾਂ ਦੇਖ ਵੀ ਸਕਦੇ ਹਾਂ ਕਿ ਜਦੋਂ ਸਰਦੀਆਂ ਦੇ ਦਿਨਾਂ ਦੇ ਵਿੱਚ ਹਿੱਲ ਸਟੇਸ਼ਨਸ ਦੇ ਉੱਤੇ ਜਦੋਂ ਸੜਕਾਂ ਦੇ ਉੱਤੇ ਬਰਫ਼ ਜੰਮੀ ਹੁੰਦੀ ਹੈ ਤਾਂ ਬਰਫ਼ ਨੂੰ ਹਟਾਉਣ ਦੇ ਲਈ ਪਹਿਲਾਂ ਉਸ ਦੇ ਉੱਤੇ ਨਮਕ ਸੁੱਟਿਆ ਜਾਂਦਾ ਹੈ। ਫਿਰ ਜੋ ਬਰਫ਼ ਹੈ ਉਹ ਹੌਲੀ ਹੌਲੀ ਪਿਘਲਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਸ ਦਾ ਜੋ ਫਰੀਜ਼ਿੰਗ ਪੁਆਇੰਟ ਹੈ ਪਾਣੀ ਦਾ ਉਹ ਫਿਰ 0 ਡਿਗਰੀ ਤੋਂ ਮਾਈਨਸ 'ਚ ਜਾਣਾ ਸ਼ੁਰੂ ਹੋ ਜਾਂਦਾ ਹੈ। ਕਿ ਜਦੋਂ ਮਾਈਨਸ 'ਚ ਟੈਂਪਰੇਚਰ ਜਾਂਦਾ ਫਿਰ ਮੁੜ ਕੇ ਦੁਬਾਰਾ ਉਹ ਫਰੀਜ਼ ਹੋਣੀ ਸ਼ੁਰੂ ਹੁੰਦੀ ਹੈ, ਅਦਰਵਾਈਜ਼ ਉਹ ਪਾਣੀ 'ਚ ਕਨਵਰਟ ਹੁੰਦੀ ਰਹਿੰਦੀ ਹੈ। ਸੋ ਇਹ ਚੀਜ਼ ਆਪਾਂ ਇੱਥੇ ਡਿਸਕਸ ਕਰਾਂਗੇ ਗ੍ਰਾਫ ਦੇ ਨਾਲ। ਇੱਕ ਗ੍ਰਾਫ ਹੈ ਬਣਾਇਆ ਹੋਇਆ ਵੇਪਰ ਪ੍ਰੈਸ਼ਰ ਵਰਸਸ ਟੈਂਪਰੇਚਰ ਦਾ, ਜੋ ਪਹਿਲਾਂ ਵੀ ਤੁਸੀਂ ਪੜ੍ਹਿਆ ਸੀ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਦੇ ਵਿੱਚ, ਉਸੇ ਤਰ੍ਹਾਂ ਹੈ। ਇੱਥੇ ਦੇਖੋ ਆ ਦੋ ਕਰਵਸ ਬਣਾਈਆਂ ਹੋਈਆਂ, ਆ BC ਕਰਵ ਹੈ, ਇਹ ਹੈ ਵੇਪਰ ਪ੍ਰੈਸ਼ਰ ਆਫ ਪਿਓਰ ਸੋਲਵੈਂਟ, ਅਤੇ ਆਹ ਕਰਵ D ਔਰ E ਇਹ ਸ਼ੋ ਕਰਦੀ ਹੈ ਵੇਪਰ ਪ੍ਰੈਸ਼ਰ ਆਫ ਸੋਲਿਊਸ਼ਨ। ਅਤੇ ਇੱਥੋਂ A ਤੋਂ ਲੈ ਕੇ ਇੱਕ ਆਹ ਕਰਵ B ਤੱਕ ਬਣਾਈ ਹੋਈ ਹੈ ਡਾਟਡ ਲਾਈਨਸ ਦੇ ਨਾਲ। ਦਿਸ ਇਜ਼ ਦਾ ਵੇਪਰ ਪ੍ਰੈਸ਼ਰ ਆਫ ਫਰੋਜ਼ਨ ਸੋਲਵੈਂਟ ਜੋ ਫਰੀਜ਼ ਹੋ ਗਿਆ ਸੀ। ਇਸ ਦੇ ਬਾਰੇ ਦੱਸ ਦਿੰਦੇ ਹਾਂ ਤੁਹਾਨੂੰ ਕਿ ਜਿਵੇਂ ਜਿਵੇਂ ਟੈਂਪਰੇਚਰ ਇਨਕਰੀਜ਼ ਕਰਦਾ ਇਸ ਪਾਸੇ ਨੂੰ, ਉਵੇਂ ਉਵੇਂ ਫਿਰ ਵੇਪਰ ਪ੍ਰੈਸ਼ਰ ਜੋ ਹੈ ਉਹ ਵੱਧਦਾ ਚਲੇ ਜਾਂਦਾ ਹੈ। ਪਹਿਲਾਂ ਦੇਖੋ ਜੋ ਪਿਓਰ ਸੋਲਵੈਂਟ ਹੈ ਇੰਨੇ ਟੈਂਪਰੇਚਰ 'ਤੇ ਜਾ ਕੇ ਅਤੇ ਉਸ ਦਾ ਵੇਪਰ ਪ੍ਰੈਸ਼ਰ ਇੱਥੋਂ ਤੱਕ ਪਹੁੰਚ ਗਿਆ, ਮੀਨਸ B ਤੋਂ ਫਿਰ ਉਸਦੇ ਵੇਪਰਸ ਬਣਨੇ ਸ਼ੁਰੂ ਹੋ ਗਏ, ਇਸ ਤਰ੍ਹਾਂ ਅਪਵਰਡ ਜਾਂਦੇ ਆ। ਅਤੇ ਜਦੋਂ ਪਿਓਰ ਸੋਲਵੈਂਟ ਦੇ ਵਿੱਚ ਨੋਨ ਵੋਲਾਟਾਈਲ ਸੋਲਿਊਟ ਐਡ ਕਰਦੇ ਆ ਤਾਂ ਫਿਰ ਸੋਲਿਊਸ਼ਨ ਜੋ ਬਣ ਜਾਂਦਾ ਹੈ ਉਸ ਦਾ ਜੋ ਵੇਪਰ ਪ੍ਰੈਸ਼ਰ ਹੈ ਉਹ ਘੱਟ ਹੁੰਦਾ ਹੈ ਕਿ ਇੰਨੇ ਟੈਂਪਰੇਚਰ 'ਤੇ ਇੱਥੋਂ ਤੱਕ ਵੇਪਰ ਪ੍ਰੈਸ਼ਰ ਪਹੁੰਚਦਾ ਅਤੇ ਹੌਲੀ ਹੌਲੀ ਫਿਰ ਜਦੋਂ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਂਦਾ ਅਤੇ ਹੌਲੀ ਹੌਲੀ ਫਿਰ ਉਸ ਦਾ ਵੇਪਰ ਪ੍ਰੈਸ਼ਰ ਵੀ ਇਨਕਰੀਜ਼ ਹੁੰਦਾ। ਪਹਿਲਾਂ ਵੀ ਪੜ੍ਹਿਆ ਸੀ ਆਪਾਂ ਕਿ ਸੋਲਿਊਸ਼ਨ ਦਾ ਵੇਪਰ ਪ੍ਰੈਸ਼ਰ ਹਮੇਸ਼ਾ ਹੀ ਸੋਲਵੈਂਟ ਤੋਂ ਘੱਟ ਹੁੰਦਾ। ਅਤੇ ਇਸੇ ਚੀਜ਼ ਨੂੰ ਹੁਣ ਆਪਾਂ ਰਿਵਰਸ ਪੜ੍ਹਾਂਗੇ ਕਿ ਜਦੋਂ ਪਾਣੀ ਹੌਲੀ ਜਦੋਂ ਇਸ B ਪੁਆਇੰਟ 'ਤੇ ਪਹੁੰਚਦਾ ਤਾਂ ਉਸ ਸਮੇਂ ਉਹ ਫਰੀਜ਼ ਹੋ ਜਾਂਦਾ, ਮੀਨਸ B ਪੁਆਇੰਟ 'ਤੇ ਜਾ ਕੇ ਪਾਣੀ ਜੋ ਹੈ ਉਹ ਸੋਲਿਡ ਫਾਰਮ 'ਚ ਕਨਵਰਟ ਹੋ ਗਿਆ, ਆਈਸ ਫਾਰਮ ਦੇ ਵਿੱਚ। ਜਦੋਂ ਪਾਣੀ ਦੇ ਵਿੱਚ ਨਮਕ ਐਡ ਕਰ ਦਿੱਤਾ ਤਾਂ ਫਿਰ ਉਸ ਦਾ ਜੋ ਵੇਪਰ ਪ੍ਰੈਸ਼ਰ ਹੈ ਉਹ ਡਾਊਨ ਹੋ ਗਿਆ। ਫਿਰ ਇਹ ਕਰਵ ਉਸ ਸੋਲਿਊਸ਼ਨ ਦੀ ਬਣ ਗਈ ਜਿਸ ਦੇ ਵਿੱਚ ਨਮਕ ਪਾਇਆ ਹੋਇਆ।
ਇਸਦਾ ਵੇਪਰ ਪ੍ਰੈਸ਼ਰ ਹੌਲੀ ਹੌਲੀ ਇਸ ਤਰ੍ਹਾਂ ਘਟਦਾ ਚਲੇ ਗਿਆ ਤੇ ਡੀ ਪੁਆਇੰਟ ਤੇ ਜਾ ਕੇ ਫਿਰ ਉਹ ਸੋਲੂਸ਼ਨ ਜੋ ਹੈ ਉਹ ਦੁਬਾਰਾ ਜਾ ਕੇ ਫਰੀਜ਼ ਹੋਇਆ। ਮੀਨਸ ਪਹਿਲਾਂ ਇੰਨੇ ਟੈਂਪਰੇਚਰ ਦੇ ਉੱਤੇ ਜੋ ਜ਼ਿਆਦਾ ਸੀ ਟੈਂਪਰੇਚਰ, ਉਸ ਟੈਂਪਰੇਚਰ ਤੇ ਪਿਓਰ ਸੋਲਵੈਂਟ ਫਰੀਜ਼ ਹੋ ਗਿਆ, ਬਟ ਜਦੋਂ ਉਸ ਦੇ ਵਿੱਚ ਨੋਨ ਵੋਲਾਟਾਈਲ ਸੋਲਿਊਟ ਐਡ ਕੀਤਾ ਤਾਂ ਫਿਰ ਉਸ ਦਾ ਫਰੀਜ਼ਿੰਗ ਪੁਆਇੰਟ ਜੋ ਹੈ ਉਹ ਡਾਊਨ ਆ ਗਿਆ। ਮੀਨਸ ਹੋਰ ਜ਼ਿਆਦਾ ਘੱਟ ਟੈਂਪਰੇਚਰ ਤੇ ਜਾ ਕੇ ਡੀ ਪੁਆਇੰਟ ਦੇ ਉੱਤੇ ਫਿਰ ਉਹ ਸੋਲਿਊਸ਼ਨ ਫਰੀਜ਼ ਹੋਇਆ। ਸੋ ਇਹ ਜੋ ਬੀ ਤੋਂ ਲੈ ਕੇ ਡੀ ਤੱਕ ਇਹ ਜੋ ਕਰਵ ਹੈ ਸਾਡੇ ਕੋਲ, ਇਹ ਫਰੋਜ਼ਨ ਸੋਲਵੈਂਟ ਦੇ ਵੇਪਰ ਪ੍ਰੈਸ਼ਰ ਦੇ ਬਾਰੇ ਦੱਸਦੀ ਹੈ ਕਿ ਜਿਵੇਂ ਸੋਲਵੈਂਟ ਦੇ ਵਿੱਚ ਨੋਨ ਵੋਲਾਟਾਈਲ ਸੋਲਿਊਟ ਐਡ ਕੀਤਾ ਤਾਂ ਫਿਰ ਉਸ ਦਾ ਫਰੀਜ਼ਿੰਗ ਪੁਆਇੰਟ ਘਟ ਗਿਆ ਤੇ ਬੀ ਤੋਂ ਬਾਅਦ ਫਿਰ ਜਾ ਕੇ ਹੌਲੀ ਹੌਲੀ ਡੀ ਪੁਆਇੰਟ ਤੇ ਜਾ ਕੇ ਦੁਬਾਰਾ ਫਿਰ ਉਹ ਜੋ ਸੋਲਿਊਸ਼ਨ ਸੀ ਉਹ ਫਰੀਜ਼ ਹੋਇਆ। ਸੋ ਇੱਥੇ ਫਿਰ ਨੀਚੇ ਟੈਂਪਰੇਚਰ ਵੀ ਦਿੱਤਾ ਹੋਇਆ। ਡੀ ਪੁਆਇੰਟ ਦੇ ਉੱਤੇ ਜੋ ਟੈਂਪਰੇਚਰ ਹੈ ਇਹਨੂੰ TF ਦੇ ਨਾਲ ਡਿਨੋਟ ਕੀਤਾ ਹੋਇਆ। TF ਮੀਨਸ ਫਰੀਜ਼ਿੰਗ ਪੁਆਇੰਟ ਟੈਂਪਰੇਚਰ ਆਫ ਸੋਲਿਊਸ਼ਨ, ਤੇ ਜੋ ਬੀ ਪੁਆਇੰਟ ਦੇ ਉੱਤੇ ਟੈਂਪਰੇਚਰ ਹੈ ਉਹਨੂੰ TF ਨੋਟ ਦੇ ਨਾਲ ਡਿਨੋਟ ਕੀਤਾ ਗਿਆ, ਮੀਨਸ ਫਰੀਜ਼ਿੰਗ ਪੁਆਇੰਟ ਟੈਂਪਰੇਚਰ ਆਫ ਪਿਓਰ ਸੋਲਵੈਂਟ। ਤੇ ਇੱਥੇ ਦੇਖਿਆ ਜਾਵੇ TF ਜੋ ਹੈ ਉਸ ਦੀ ਵੈਲਿਊ ਜ਼ਿਆਦਾ ਹੈ, ਮੀਨਸ ਫਰੀਜ਼ਿੰਗ ਪੁਆਇੰਟ ਟੈਂਪਰੇਚਰ ਸੋਲਵੈਂਟ ਦਾ ਜ਼ਿਆਦਾ ਹੈ ਤੇ ਸੋਲਿਊਸ਼ਨ ਦਾ ਫਰੀਜ਼ਿੰਗ ਪੁਆਇੰਟ ਟੈਂਪਰੇਚਰ ਘੱਟ ਹੈ। ਸੋ ਇਟ ਮੀਨਸ ਇੱਥੇ ਜਦੋਂ ਡਿਫਰੈਂਸ ਵੀ ਲਿਆ ਜਾਂਦਾ ਹੈ ਆ ਡੈਲਟਾ TF, ਇਸ ਦੀ ਵੈਲਿਊ ਜ਼ਿਆਦਾ ਵਾਲੀ ਵੈਲਿਊ ਚੋਂ ਘੱਟ ਵਾਲੀ ਵੈਲਿਊ ਜੋ ਹੈ ਮਾਈਨਸ ਕੀਤੀ ਜਾਂਦੀ ਹੈ, ਮੀਨਸ TF ਨੋਟ ਮਾਈਨਸ TF ਲਿਆ ਜਾਂਦਾ। ਤੇ ਇਹੀ ਜੋ ਤੁਸੀਂ ਇੱਥੇ ਡਾਇਗਰਾਮ ਸਮਝੀਏ, ਗ੍ਰਾਫ ਸਮਝਿਆ, ਇਸ ਦੇ ਬਾਰੇ ਹੀ ਨੀਚੇ ਲਿਖਿਆ ਹੋਇਆ। ਇਨ ਦਿਸ ਗ੍ਰਾਫ ਦ ਕਰਵ BC ਆ ਦੱਸਿਆ ਸੀ ਤੁਹਾਨੂੰ gives the vapor pressure of pure solvent. We know that by adding a non-volatile solute to the solvent, the vapor pressure of the solution always lowers. ਜਦੋਂ ਪਿਓਰ ਸੋਲਵੈਂਟ ਦੇ ਵਿੱਚ ਨੋਨ ਵੋਲਾਟਾਈਲ ਸੋਲਿਊਟ ਐਡ ਕੀਤਾ ਜਾਂਦਾ ਹੈ ਤਾਂ ਵੇਪਰ ਪ੍ਰੈਸ਼ਰ ਸੋਲਿਊਸ਼ਨ ਦਾ ਘਟ ਜਾਂਦਾ ਹੈ, ਦੱਸਿਆ ਤੁਹਾਨੂੰ ਇਸ ਦੇ ਬਾਰੇ। ਦੈਨ ਕਰਵ DE ਆ ਜੋ ਬਣੀ ਹੋਈ ਹੈ DE represents the vapor pressure of the solution. The curve AB corresponds to the vapor pressure of the solid at different temperatures. ਦੱਸਿਆ ਤੁਹਾਨੂੰ ਫਰੋਜ਼ਨ ਸੋਲਵੈਂਟ ਜੋ ਸੋਲਿਡ ਹੈ ਇਹ AB ਕਰਵ ਉਸ ਦਾ ਵੇਪਰ ਪ੍ਰੈਸ਼ਰ ਦੱਸਦੀ ਹੈ ਕਿ ਇੱਥੋਂ ਫਿਰ ਹੌਲੀ ਹੌਲੀ ਵੇਪਰ ਪ੍ਰੈਸ਼ਰ ਜੋ ਹੈ ਉਹ ਘਟਦਾ ਚਲੇ ਗਿਆ ਤੇ ਡੀ ਪੁਆਇੰਟ ਤੇ ਜਾ ਕੇ ਸੋਲਿਡ ਅਤੇ ਲਿਕੁਇਡ ਦਾ ਵੇਪਰ ਪ੍ਰੈਸ਼ਰ ਸੇਮ ਹੋ ਗਏ। ਨੈਕਸਟ ਦ ਟੈਂਪਰੇਚਰ ਕੋਰਸਪੋਂਡਿੰਗ ਟੂ ਦਾ ਪੁਆਇੰਟ B ਵੇਅਰ ਦ ਸੋਲਿਡ ਐਂਡ ਦ ਲਿਕੁਇਡ ਸੋਲਵੈਂਟ, ਪਿਓਰ ਸੋਲਵੈਂਟ ਜਦੋਂ ਇੱਥੇ ਮੀਟ ਹੁੰਦਾ B ਪੁਆਇੰਟ ਦੇ ਵਿੱਚ ਸੋਲਿਡ ਤੇ ਲਿਕੁਇਡ, represents the freezing point temperature of pure solvent, that is TF node। ਦੱਸਿਆ ਤੁਹਾਨੂੰ TF node ਜੋ ਹੈ freezing point temperature of pure solvent, B point ਤੇ ਜਾ ਕੇ ਜੋ ਪਾਣੀ ਹੈ ਉਹ freeze ਹੋ ਗਿਆ। ਤੇ ਇਸੇ ਤਰ੍ਹਾਂ ਨੈਕਸਟ ਲਿਖਿਆ ਹੋਇਆ the temperature corresponding to the point D, ਆ ਪੁਆਇੰਟ ਜੋ D ਹੈ, where the solid solvent and the liquid solution, ਆ solid solvent ਸੀ ਜਿਹੜਾ ਤੇ ਲਿਕੁਇਡ ਸੋਲਿਊਸ਼ਨ ਜੋ ਹੈ ਉਹ ਇੱਥੇ ਤੱਕ ਪਹੁੰਚਦਾ ਪਹੁੰਚਦਾ ਦੁਬਾਰਾ ਲਿਕੁਇਡ ਹੋ ਗਿਆ ਸੀ, ਫਿਰ ਜਾ ਕੇ ਇੱਥੇ ਸੋਲਿਡ ਹੋਇਆ। ਇਟ ਰਿਪਰੈਜ਼ੈਂਟਸ ਦਾ ਫਰੀਜ਼ਿੰਗ ਪੁਆਇੰਟ ਟੈਂਪਰੇਚਰ ਆਫ ਸੋਲਿਊਸ਼ਨ, ਦੈਟ ਇਜ਼ TF। ਇਹਨੂੰ TF ਦੇ ਨਾਲ ਡਿਨੋਟ ਕੀਤਾ ਜਾਂਦਾ ਹੈ। ਵੀ ਨੋ ਦੈਟ TF ਇਜ਼ ਲੈਸ ਦੈਨ TF ਨੋਡ, ਦੱਸਿਆ ਤੁਹਾਨੂੰ ਕਿ TF ਨੋਡ ਜੋ ਹੈ ਉਸ ਦੀ ਵੈਲਿਊ ਜ਼ਿਆਦਾ ਹੈ। ਸੋ ਦਿਸ ਸ਼ੋਜ਼ ਦਾ ਫਰੀਜ਼ਿੰਗ ਪੁਆਇੰਟ ਟੈਂਪਰੇਚਰ ਆਫ ਦਾ ਸੋਲਿਊਸ਼ਨ ਇਜ਼ ਆਲਵੇਜ਼ ਲੈਸ ਦੈਨ ਦੈਟ ਆਫ ਪਿਓਰ ਸੋਲਵੈਂਟ। ਸੋ ਇੱਥੋਂ ਇਹ ਚੀਜ਼ ਪਤਾ ਚੱਲਦੀ ਹੈ ਕਿ ਜੋ ਫਰੀਜ਼ਿੰਗ ਪੁਆਇੰਟ ਟੈਂਪਰੇਚਰ ਸੋਲਿਊਸ਼ਨ ਦਾ ਹੈ ਉਹ ਸੋਲਵੈਂਟ ਤੋਂ ਹਮੇਸ਼ਾ ਘੱਟ ਹੁੰਦਾ ਹੈ, ਮੀਨਸ TF ਦੀ ਵੈਲਿਊ ਹਮੇਸ਼ਾ TF ਨੋਟ ਤੋਂ ਘੱਟ ਹੁੰਦੀ ਹੈ। Therefore the depression in freezing point, that is delta TF is equal to TF naught minus TF। ਪਹਿਲਾਂ ਦੱਸਿਆ ਤੁਹਾਨੂੰ TF ਨੋਟ ਦੀ ਵੈਲਿਊ ਜ਼ਿਆਦਾ ਤੇ TF ਦੀ ਘੱਟ ਹੈ, ਇਹਨੂੰ ਇਕੁਏਸ਼ਨ ਨੰਬਰ 1 ਪਾ ਲਿਆ ਜਾਂਦਾ। ਤੇ ਇਹ ਚੀਜ਼ ਦੇਖੀ ਜਾਂਦੀ ਹੈ ਫਿਰ ਇੱਥੇ ਇਟ ਹੈਜ਼ ਬੀਨ ਡਿਟਰਮਿਨਡ ਐਕਸਪੈਰੀਮੈਂਟਲੀ ਦੈਟ ਦ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਆਫ ਸੋਲਿਊਸ਼ਨ ਇਜ਼ ਪ੍ਰਪੋਰਸ਼ਨਲ ਟੂ ਦਾ ਮੋਲਲ ਕੰਸਨਟ੍ਰੇਸ਼ਨ ਆਫ ਸੋਲਿਊਸ਼ਨ। ਮੋਲਲ ਕੰਸਨਟ੍ਰੇਸ਼ਨ ਮੀਨਸ ਮੋਲੈਲਿਟੀ, ਕਿ ਜੋ ਡੈਲਟਾ TF ਦੀ ਵੈਲਿਊ ਆਉਂਦੀ ਹੈ, ਮੀਨਸ ਜੋ ਚੇਂਜ ਆਉਂਦੀ ਹੈ ਫਰੀਜ਼ਿੰਗ ਪੁਆਇੰਟ ਟੈਂਪਰੇਚਰ ਦੇ ਵਿੱਚ ਉਹ ਮੋਲੈਲਿਟੀ 'ਤੇ ਡਿਪੈਂਡ ਕਰਦੀ ਹੈ। ਤੇ ਇਹੀ ਚੀਜ਼ ਇੱਥੇ ਰਿਪਰੈਜ਼ੈਂਟ ਕੀਤੀ ਹੋਈ ਹੈ, ਦੈਟ ਇਜ਼ ਡੈਲਟਾ TF ਇਜ਼ ਪ੍ਰਪੋਰਸ਼ਨਲ ਟੂ M, ਔਰ ਡੈਲਟਾ TF ਇਜ਼ ਇਕੁਅਲ ਟੂ KF ਇੰਟੂ M। ਪ੍ਰਪੋਰਸ਼ਨੈਲਿਟੀ ਦਾ ਸਾਈਨ ਹਟਾ ਕੇ ਇੱਥੇ ਇੱਕ ਫਰੀਜ਼ਿੰਗ ਪੁਆਇੰਟ ਡਿਪਰੈਸ਼ਨ ਕੌਂਸਟੈਂਟ KF ਇਹ ਲਗਾ ਦਿੱਤਾ ਗਿਆ, ਲਿਖਿਆ ਹੋਇਆ ਇੱਥੇ ਵੇਅਰ KF ਇਜ਼ ਇਕੁਅਲ ਟੂ ਮੋਲਲ ਫਰੀਜ਼ਿੰਗ ਪੁਆਇੰਟ ਡਿਪਰੈਸ਼ਨ ਕੌਂਸਟੈਂਟ। ਤੇ ਇਸ ਤੋਂ ਬਾਅਦ ਫਿਰ ਨੈਕਸਟ ਵੀ ਨੋ ਦੈਟ ਡੈਲਟਾ TF ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ M, ਇਹੀ ਇਕੁਏਸ਼ਨ ਚੱਕ ਲਈ। From this equation, it has been observed that the depression in freezing point depends upon the molar concentration, कि जो ये delta TF ਦੀ ਵੈਲਿਊ ਹੈ ਇਹ
ਮੋਲਲ ਕੰਸਨਟ੍ਰੇਸ਼ਨ ਤੇ ਡਿਪੈਂਡ ਕਰਦੀ ਹੈ। ਮੋਲਲ ਕੰਸਨਟ੍ਰੇਸ਼ਨ ਮੀਨਸ ਮੋਲੈਲਿਟੀ, ਤੇ ਮੋਲੈਲਿਟੀ ਜੋ ਹੈ ਉਹ ਨੰਬਰ ਆਫ ਮੋਲਸ ਆਫ ਸਲਿਊਟ ਤੇ ਡਿਪੈਂਡ ਕਰਦੀ ਹੈ, which in turn depends upon the number of moles of solute। ਸੋ ਨੰਬਰ ਆਫ ਮੋਲਸ ਆਫ ਸਲਿਊਟ ਤੇ ਡਿਪੈਂਡ ਕਰਦੀ ਹੈ। ਤਾਂ ਆਪਾਂ ਪੜ੍ਹਿਆ ਸੀ ਕਿ ਜੋ ਕੋਲੀਗੇਟਿਵ ਪ੍ਰੋਪਰਟੀਜ਼ ਹੁੰਦੀਆਂ ਨੇ ਉਹ ਨੰਬਰ ਆਫ ਮੋਲਸ ਆਫ ਸਲਿਊਟ ਤੇ ਡਿਪੈਂਡ ਕਰਦੀਆਂ, ਤੇ ਇਹੀ ਚੀਜ਼ ਇੱਥੇ ਲਿਖੀ ਹੋਈ ਹੈ। ਸੋ ਵੀ ਕੈਨ ਸੇ ਦੈਟ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਇਜ਼ ਏ ਕੋਲੀਗੇਟਿਵ ਪ੍ਰੋਪਰਟੀ। ਸੋ ਇਸ ਤਰ੍ਹਾਂ ਇਹ ਚੀਜ਼ ਇੱਥੇ ਡਿਸਕਸ ਕੀਤੀ ਆਪਾਂ ਕਿ ਜੋ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਹੈ ਉਹ ਵੀ ਇੱਕ ਕੋਲੀਗੇਟਿਵ ਪ੍ਰੋਪਰਟੀ ਹੈ। ਸੋ ਅੱਜ ਇੰਨਾ ਹੀ, ਤੇ ਨੈਕਸਟ ਜੋ ਟੌਪਿਕ ਹੈ ਆਪਾਂ ਅਗਲੀ ਵੀਡੀਓ 'ਚ ਡਿਸਕਸ ਕਰਾਂਗੇ। ਥੈਂਕ ਯੂ।